ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਾਕ ਬੋਧ ਅਧੀਨ ਆਉਂਦੇ ਵਿਸਰਾਮ ਚਿੰਨ੍ਹਾਂ ਦੀ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਵਿਸਰਾਮ ਚਿੰਨ੍ਹ। ਵਿਸਰਾਮ ਚਿੰਨ੍ਹ ਕੀ ਹਨ? ਵਿਸਰਾਮ ਦਾ ਅਰਥ ਹੈ ਰੁਕਣਾ, ਠਹਿਰਨਾ। ਮਨੁੱਖ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਕਰਦਾ ਹੈ, ਆਪਣੀ ਉਪਜੀਵਿਕਾ ਕਮਾਉਣ ਲਈ ਹੱਥ ਪੈਰ ਮਾਰਦਾ ਹੈ। ਜਦੋਂ ਮਨੁੱਖ ਦਾ ਸਰੀਰ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਦੀ ਥਕਾਵਟ ਨੂੰ ਦੂਰ ਕਰਨ ਲਈ ਵਿਸਰਾਮ ਕਰਦਾ ਹੈ, ਆਰਾਮ ਕਰਦਾ ਹੈ। ਕੰਮ ਕਰਨ ਤੋਂ ਇਲਾਵਾ ਬੋਲਣ ਨਾਲ ਵੀ ਆਪਾਂ ਥੱਕ ਜਾਂਦੇ ਹਾਂ। ਆਪਾਂ ਪੂਰੀ ਕਿਤਾਬ ਨੂੰ ਜਾਂ ਪੂਰੀ ਲਿਖਤ ਨੂੰ ਇੱਕੋ ਸਾਹੇ ਨਹੀਂ ਪੜ੍ਹ ਸਕਦੇ। ਆਪਾਂ ਬੋਲਦੇ ਸਮੇਂ ਜਾਂ ਪੜ੍ਹਦੇ ਸਮੇਂ ਰੁਕਦੇ ਹਾਂ। ਇੱਕ ਤਾਂ ਸਾਹ ਲੈਣ ਲਈ ਰੁਕਦੇ ਹਾਂ ਅਤੇ ਦੂਜਾ ਇਸ ਕਰਕੇ ਰੁਕਦੇ ਹਾਂ ਕਿ ਸੁਣਨ ਵਾਲੇ ਨੂੰ ਸਾਡੀ ਗੱਲ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਇਸ ਰੁਕਣ ਦੀ ਪ੍ਰਕਿਰਿਆ ਨੂੰ ਵਿਸਰਾਮ ਕਹਿੰਦੇ ਹਨ। ਸੋ ਵਿਸਰਾਮ ਚਿੰਨ੍ਹ ਕੀ ਹਨ? ਬੋਲਣ ਵੇਲੇ ਜੋ ਉਤਰਾਅ, ਚੜ੍ਹਾਅ ਤੇ ਠਹਿਰਾਅ ਆਉਂਦੇ ਹਨ, ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਵਿਸਰਾਮ ਚਿੰਨ੍ਹ ਵਰਤੇ ਜਾਂਦੇ ਹਨ। ਵਿਸਰਾਮ ਚਿੰਨ੍ਹਾਂ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਭਾਸ਼ਾ ਦੇ ਲਿਖਤੀ ਰੂਪ ਵਿੱਚ ਵਰਤੇ ਜਾਣ ਵਾਲੇ ਉਹ ਲਿਪੀ ਚਿੰਨ੍ਹ ਜੋ ਪਾਠਕ ਵਾਸਤੇ ਲਿਖਤ ਨੂੰ ਸਹੀ ਢੰਗ ਨਾਲ ਪੜ੍ਹਨ ਅਤੇ ਚੰਗੀ ਤਰ੍ਹਾਂ ਸਮਝਣ ਲਈ ਸਹਾਈ ਹੋਣ, ਉਹਨਾਂ ਨੂੰ ਵਿਸਰਾਮ ਚਿੰਨ੍ਹ ਕਹਿੰਦੇ ਹਨ। ਜਿਵੇਂ ਪੂਰਨ ਵਿਰਾਮ ਚਿੰਨ੍ਹ ਹੈ ਡੰਡੀ, ਪ੍ਰਸ਼ਨਿਕ ਚਿੰਨ੍ਹ, ਵਿਸਮਿਕ ਚਿੰਨ੍ਹ, ਕਾਮਾ, ਬਿੰਦੀ ਕਾਮਾ, ਦੁਬਿੰਦੀ, ਦੁਬਿੰਦੀ ਡੈਸ਼, ਛੁੱਟ ਮਰੋੜੀ, ਡੈਸ਼, ਬਿੰਦੀ, ਬ੍ਰੈਕਟ ਆਦਿ ਵਿਸਰਾਮ ਚਿੰਨ੍ਹ ਹਨ। ਪੰਜਾਬੀ ਭਾਸ਼ਾ ਵਿੱਚ ਮੁੱਖ ਰੂਪ ਵਿੱਚ 13 ਵਿਸਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਆਪਾਂ ਇਹਨਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਪਹਿਲਾ ਵਿਸਰਾਮ ਚਿੰਨ੍ਹ ਹੈ ਡੰਡੀ ਜਾਂ ਪੂਰਨ ਵਿਰਾਮ ਚਿੰਨ੍ਹ। ਡੰਡੀ ਪੂਰਨ ਵਿਸਰਾਮ ਜਾਂ ਠਹਿਰਾਅ ਦਾ ਚਿੰਨ੍ਹ ਹੈ। ਡੰਡੀ ਚਿੰਨ੍ਹ ਵਾਕ ਦੇ ਅੰਤ ਵਿੱਚ ਲਾਇਆ ਜਾਂਦਾ ਹੈ। ਪ੍ਰਸ਼ਨਵਾਚਕ ਵਾਕ ਜਾਂ ਵਿਸਮੈਵਾਚਕ ਵਾਕ ਨੂੰ ਛੱਡ ਕੇ ਹਰ ਪ੍ਰਕਾਰ ਦੇ ਵਾਕ ਦੇ ਅੰਤ ਵਿੱਚ ਡੰਡੀ ਲੱਗਦੀ ਹੈ। ਜਿਵੇਂ ਪਹਿਲਾ ਵਾਕ ਹੈ ਕੁਲਫੀ ਵਾਲੇ ਨੇ ਹੋਕਾ ਦਿੱਤਾ। ਇਸ ਵਾਕ ਦੇ ਅੰਤ ਵਿੱਚ ਡੰਡੀ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਜਦੋਂ ਕਿਸੇ ਮਿਸ਼ਰਤ ਵਾਕ ਵਿੱਚ ਪ੍ਰਸ਼ਨਵਾਚਕ ਵਾਕ ਅਧੀਨ ਉਪਵਾਕ ਵਜੋਂ ਆਉਂਦਾ ਹੈ ਤਾਂ ਉਸ ਪਿੱਛੋਂ ਪ੍ਰਸ਼ਨ ਚਿੰਨ੍ਹ ਦੀ ਥਾਂ ਡੰਡੀ ਆਉਂਦੀ ਹੈ। ਜਿਵੇਂ ਦੂਸਰਾ ਵਾਕ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਇਸ ਪ੍ਰਾਪਤੀ ਪਿੱਛੇ ਕਿਸ ਦਾ ਹੱਥ ਹੈ। ਇਸ ਵਾਕ ਵਿੱਚ ਪ੍ਰਸ਼ਨਵਾਚਕ ਵਾਕ ਅਧੀਨ ਵਾਕ ਵਜੋਂ ਆਇਆ ਹੈ, ਸੋ ਪ੍ਰਸ਼ਨ ਚਿੰਨ੍ਹ ਦੀ ਥਾਂ ਵਾਕ ਦੇ ਅੰਤ ਵਿੱਚ ਡੰਡੀ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਕਵਿਤਾ ਦੀ ਇੱਕ ਪੂਰੀ ਤੁਕ ਪਿੱਛੋਂ ਵੀ ਡੰਡੀ ਲੱਗਦੀ ਹੈ। ਜਿਵੇਂ ਤੀਸਰਾ ਵਾਕ ਹੈ ਕਵਿਤਾ ਦੇ ਰੂਪ ਵਿੱਚ ਸੱਚ ਪੁੱਛੋ ਤਾਂ ਇਸ ਔਲਾਦ ਪਿੱਛੇ ਲੱਖਾਂ ਮਨ ਵਿੱਚ ਮੰਨਤਾਂ ਧਾਰਦੀ ਮਾਂ। ਕਵਿਤਾ ਦੀ ਪੂਰੀ ਤੁਕ ਪਿੱਛੋਂ ਡੰਡੀ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ 2 ਡੰਡੀਆਂ ਦਾ ਵਿਸਰਾਮ ਚਿੰਨ੍ਹ ਆਉਂਦਾ ਹੈ। ਜਿਵੇਂ ਚੌਥਾ ਵਾਕ ਗੁਰਬਾਣੀ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਵਿੱਚ 2 ਡੰਡੀਆਂ ਦੀ ਵਰਤੋਂ ਪੂਰਨ ਵਿਰਾਮ ਦੇ ਤੌਰ ਤੇ ਕੀਤੀ ਗਈ ਹੈ। ਦੂਸਰਾ ਵਿਸਰਾਮ ਚਿੰਨ੍ਹ ਹੈ ਪ੍ਰਸ਼ਨਿਕ ਚਿੰਨ੍ਹ। ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਜਾਂ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲਾਇਆ ਜਾਂਦਾ ਹੈ, ਉਸ ਨੂੰ ਅਸੀਂ ਪ੍ਰਸ਼ਨਿਕ ਚਿੰਨ੍ਹ
ਵਾਲਾ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਕਹਿੰਦੇ ਹਾਂ। ਜਿਵੇਂ ਪਹਿਲਾ ਵਾਕ ਹੈ, ਬਲਵੰਤ ਗਾਰਗੀ ਦਾ ਲਿਖਿਆ ਸਫ਼ਰਨਾਮਾ ਅੰਸ਼ ਕਿਹੜਾ ਹੈ। ਇਸ ਵਾਕ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ, ਕਿਹੜਾ ਸ਼ਬਦ ਪ੍ਰਸ਼ਨਵਾਚਕ ਸ਼ਬਦ ਹੈ ਅਤੇ ਵਾਕ ਦੇ ਅਖੀਰ ਵਿੱਚ ਵਿਸਰਾਮ ਚਿੰਨ੍ਹ ਪ੍ਰਸ਼ਨਿਕ ਚਿੰਨ੍ਹ ਲੱਗਾ ਹੈ। ਹੋਰ ਪ੍ਰਸ਼ਨਿਕ ਚਿੰਨ੍ਹ ਵਿਸਰਾਮ ਚਿੰਨ੍ਹ ਦੀ ਵਰਤੋਂ ਕਿੱਥੇ ਹੁੰਦੀ ਹੈ? ਆਪਾਂ ਡੰਡੀ ਵਿਸਰਾਮ ਚਿੰਨ੍ਹ ਵਿੱਚ ਗੱਲ ਕੀਤੀ ਸੀ ਕਿ ਜਿਸ ਮਿਸ਼ਰਿਤ ਵਾਕ ਵਿੱਚ ਅਧੀਨ ਪ੍ਰਸ਼ਨਵਾਚਕ ਵਾਕ ਆਉਂਦਾ ਹੋਵੇ ਉਸ ਵਾਕ ਪਿੱਛੋਂ ਪ੍ਰਸ਼ਨਿਕ ਚਿੰਨ੍ਹ ਨਹੀਂ ਲਾਇਆ ਜਾਂਦਾ, ਉੱਥੇ ਡੰਡੀ ਦੀ ਵਰਤੋਂ ਹੁੰਦੀ ਹੈ। ਪਰ ਜੇ ਸਾਰਾ ਮਿਸ਼ਰਿਤ ਵਾਕ ਹੀ ਪ੍ਰਸ਼ਨਵਾਚਕ ਵਾਕ ਹੋਵੇ ਤਾਂ ਅੰਤ ਵਿੱਚ ਪ੍ਰਸ਼ਨਿਕ ਚਿੰਨ੍ਹ ਹੀ ਲੱਗਦਾ ਹੈ। ਜਿਵੇਂ ਦੂਸਰਾ ਵਾਕ ਹੈ, ਕੀ ਤੁਹਾਨੂੰ ਪਤਾ ਹੈ ਕਿ ਧੁੱਪ ਵਿੱਚੋਂ ਕਿਹੜਾ ਵਿਟਾਮਿਨ ਮਿਲਦਾ ਹੈ। ਇਸ ਵਾਕ ਦੇ ਅਖੀਰ ਵਿੱਚ ਪ੍ਰਸ਼ਨਿਕ ਚਿੰਨ੍ਹ ਲੱਗਾ ਹੈ। ਇਸ ਤੋਂ ਇਲਾਵਾ ਪ੍ਰਸ਼ਨਿਕ ਚਿੰਨ੍ਹ ਕਿੱਥੇ ਨਹੀਂ ਲੱਗਦਾ? ਜੇਕਰ ਪ੍ਰਸ਼ਨਵਾਚਕ ਵਾਕ ਆਗਿਆਵਾਚਕ ਵਾਕ ਹੋਵੇ ਤਾਂ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਜਿਵੇਂ ਤੀਸਰਾ ਵਾਕ ਹੈ, ਕਰਤਾਰ ਸਿੰਘ ਸਰਾਭੇ ਦੇ ਜਨਮ ਅਤੇ ਬਚਪਨ ਬਾਰੇ ਦੱਸੋ। ਇਹ ਪ੍ਰਸ਼ਨਵਾਚਕ ਵਾਕ ਆਗਿਆਵਾਚਕ ਵਾਕ ਵਿੱਚ ਹੈ, ਇਸ ਕਰਕੇ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਦੀ ਥਾਂ ਪੂਰਨ ਵਿਰਾਮ ਚਿੰਨ੍ਹ ਲੱਗਾ ਹੋਇਆ ਹੈ। ਵਿਸਰਾਮ ਚਿੰਨ੍ਹ ਦੀ ਤੀਸਰੀ ਕਿਸਮ ਹੈ ਵਿਸਮਿਕ ਚਿੰਨ੍ਹ। ਵਿਸਮਿਕ ਚਿੰਨ੍ਹ ਖੁਸ਼ੀ, ਦੁੱਖ, ਹੈਰਾਨੀ, ਭੈ, ਪ੍ਰਸ਼ੰਸਾ ਆਦਿ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ, ਵਾਕਾਂਸ਼ ਜਾਂ ਵਾਕ ਤੋਂ ਪਿੱਛੋਂ ਆਉਂਦਾ ਹੈ। ਜਿਵੇਂ ਪਹਿਲਾ ਵਾਕ ਹੈ, ਵਾਹ ਕਿੰਨਾ ਸੋਹਣਾ ਦ੍ਰਿਸ਼ ਹੈ। ਇਸ ਵਾਕ ਵਿੱਚ ਵਾਹ ਸ਼ਬਦ ਵਿਸਮਿਕ ਹੈ ਅਤੇ ਵਾਹ ਸ਼ਬਦ ਤੋਂ ਬਾਅਦ ਵਿਸਮਿਕ ਚਿੰਨ੍ਹ ਲੱਗਾ ਹੈ। ਵਾਕ ਖੁਸ਼ੀ ਦੇ ਭਾਵ ਪ੍ਰਗਟ ਕਰ ਰਿਹਾ ਹੈ। ਵਿਸਮਿਕ ਚਿੰਨ੍ਹ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਜਿਸ ਵਾਕ ਦੇ ਅੰਤ ਵਿੱਚ ਵਿਸਮਿਕ ਚਿੰਨ੍ਹ ਲੱਗਦਾ ਹੈ ਉੱਥੇ ਡੰਡੀ ਜਾਂ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਦੂਸਰਾ ਵਾਕ ਹੈ, ਕਾਸ਼ ਮੈਂ ਵੀ ਇਸ ਖੁਸ਼ੀ ਦੇ ਮੌਕੇ ਤੇ ਪਹੁੰਚ ਸਕਦਾ। ਇਸ ਵਾਕ ਦੇ ਵਿੱਚ ਅਫਸੋਸ ਦੇ ਭਾਵ ਪ੍ਰਗਟ ਕੀਤੇ ਗਏ ਹੋਏ ਹਨ ਅਤੇ ਵਾਕ ਵਿੱਚ ਵਿਸਮਿਕ ਚਿੰਨ੍ਹ ਲੱਗਾ ਹੈ। ਵਿਸਮਿਕ ਚਿੰਨ੍ਹ ਲੱਗਾ ਹੈ ਕਾਸ਼ ਸ਼ਬਦ ਤੋਂ ਬਾਅਦ। ਇਸ ਤੋਂ ਇਲਾਵਾ ਕਈ ਵਾਰ ਅਤਿ ਤੀਬਰ ਭਾਵ ਜਾਂ ਜਜ਼ਬੇ ਦੇ ਪ੍ਰਗਟਾ ਲਈ ਵਰਤੇ ਸ਼ਬਦ, ਵਾਕਾਂਸ਼ ਜਾਂ ਵਾਕ ਤੋਂ ਪਿੱਛੋਂ ਵਿਸਮਿਕ ਚਿੰਨ੍ਹ 2 ਜਾਂ 3 ਵਾਰੀ ਲਿਖਿਆ ਜਾਂਦਾ ਹੈ। ਜਿਵੇਂ ਤੀਸਰਾ ਵਾਕ ਹੈ, ਹੈਂ ਇਹ ਕੀ ਹੋਇਆ। ਇਸ ਵਾਕ ਵਿੱਚ ਹੈ ਹੈਰਾਨੀਵਾਚਕ ਵਿਸਮਿਕ ਹੈ ਅਤੇ 2 ਵਾਰ ਬੋਲਣ ਕਰਕੇ ਵਿਸਮਿਕ ਚਿੰਨ੍ਹ ਦੀ ਵਰਤੋਂ ਵੀ ਜ਼ਿਆਦਾ ਵਾਰ ਹੋਈ ਹੈ। ਵਿਸਰਾਮ ਚਿੰਨ੍ਹਾਂ ਦੀ ਚੌਥੀ ਕਿਸਮ ਹੈ ਕਾਮਾ। ਅਲਪ ਵਿਸ਼ਰਾਮ ਲਈ ਕਾਮੇ ਦੀ ਵਰਤੋਂ ਹੁੰਦੀ ਹੈ। ਇਸ ਨੂੰ ਅਲਪ ਵਿਰਾਮ ਚਿੰਨ੍ਹ ਵੀ ਕਿਹਾ ਜਾਂਦਾ ਹੈ। ਥੋੜ੍ਹੇ ਜਿਹੇ ਠਹਿਰਾਅ ਨੂੰ ਪ੍ਰਗਟ ਕਰਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਕਾਮੇ ਦੀ ਵਰਤੋਂ ਦੇ ਕੀ ਨਿਯਮ ਹਨ? ਪਹਿਲਾ ਹੈ ਕਿ ਇੱਕੋ ਸ਼੍ਰੇਣੀ ਦੇ 2 ਜਾਂ 2 ਤੋਂ ਵੱਧ ਇਕੱਠੇ ਆਏ ਸ਼ਬਦਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਪਹਿਲਾ ਵਾਕ ਹੈ, ਨਿੱਤ ਅਖਬਾਰਾਂ, ਰਸਾਲਿਆਂ, ਰੇਡੀਓ ਅਤੇ ਟੀਵੀ ਰਾਹੀਂ ਨਵੀਆਂ ਤੋਂ ਨਵੀਆਂ ਕਾਢਾਂ ਦਾ ਪਤਾ ਲੱਗਦਾ ਹੈ। ਇਸ ਵਾਕ ਵਿੱਚ ਇੱਕੋ ਸ਼੍ਰੇਣੀ ਦੇ ਸ਼ਬਦਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਗਈ ਹੈ, ਪਰ ਇੱਕੋ ਸ਼੍ਰੇਣੀ ਦੇ ਅੰਤਲੇ 2 ਸ਼ਬਦਾਂ ਵਿਚਕਾਰ ਕਾਮੇ ਦੀ ਵਰਤੋਂ ਨਹੀਂ ਹੁੰਦੀ। ਉੱਥੇ ਕਾਮੇ ਦੀ ਥਾਂ ਅਤੇ ਯੋਜਕ ਦੀ ਵਰਤੋਂ ਹੁੰਦੀ ਹੈ। ਜਿਵੇਂ ਪਹਿਲੇ ਵਾਕ ਵਿੱਚ ਤੁਸੀਂ ਦੇਖ ਰਹੇ ਹੋ ਕਿ ਰੇਡੀਓ ਅਤੇ ਟੀਵੀ ਸ਼ਬਦਾਂ ਵਿਚਕਾਰ ਕਾਮੇ ਦੀ ਵਰਤੋਂ ਨਹੀਂ ਹੋਈ। ਇਸ ਤੋਂ ਇਲਾਵਾ ਵਾਕ ਵਿੱਚ 2 ਤੋਂ ਵੱਧ ਵਾਕਾਂਸ਼ਾਂ ਵਿਚਕਾਰ ਵੀ ਕਾਮਾ ਲਾਇਆ ਜਾਂਦਾ ਹੈ, ਪਰ ਅੰਤਲੇ 2 ਵਾਕਾਂਸ਼ਾਂ ਵਿਚਕਾਰ ਕਾਮੇ ਦੀ ਥਾਂ ਅਤੇ ਯੋਜਕ ਨਹੀਂ ਲੱਗਦਾ।
ਕਿਵੇਂ? ਜਿਵੇਂ ਦੂਸਰਾ ਵਾਕ ਹੈ, ਮੇਲੇ ਵਿੱਚ ਪੁਰਖ ਤੇ ਇਸਤਰੀਆਂ, ਵਿਆਹੇ ਤੇ ਕੁਆਰੇ, ਬੱਚੇ ਤੇ ਬੁੱਢੇ, ਮੁੰਡੇ ਤੇ ਕੁੜੀਆਂ ਸਾਰੇ ਘੁੰਮ ਰਹੇ ਸਨ। ਇਸ ਵਾਕ ਦੇ ਅੰਤਲੇ ਦੋ ਵਾਕਾਂਸ਼ਾਂ ਬੱਚੇ ਤੇ ਬੁੱਢੇ, ਮੁੰਡੇ ਤੇ ਕੁੜੀਆਂ ਵਿਚਕਾਰ ਕਾਮਾ ਵੀ ਨਹੀਂ ਲੱਗਾ ਅਤੇ ਯੋਜਕ ਅਤੇ ਦੀ ਵਰਤੋਂ ਵੀ ਨਹੀਂ ਹੋਈ। ਇਸ ਤੋਂ ਬਿਨਾਂ ਦੋ ਤੋਂ ਵੱਧ ਉਪਵਾਕਾਂ ਵਾਲੇ ਸੰਯੁਕਤ ਵਾਕ ਦੇ ਉਪਵਾਕਾਂ ਦੇ ਨਿਖੇੜੇ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਤੀਸਰਾ ਵਾਕ ਹੈ, ਅਗਮ ਪੜ੍ਹ ਰਿਹਾ ਹੈ, ਦਮਨ ਖੇਡ ਰਿਹਾ ਹੈ, ਪਰ ਅਰਮਾਨ ਸੌਂ ਗਿਆ ਹੈ। ਇਸ ਤਰ੍ਹਾਂ ਦੋ ਤੋਂ ਵੱਧ ਉਪਵਾਕਾਂ ਦੇ ਨਿਖੇੜੇ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੰਬੋਧਕ ਜਾਂ ਸੰਬੋਧਨੀ ਸ਼ਬਦ ਤੋਂ ਪਿੱਛੋਂ ਵੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਚੌਥਾ ਵਾਕ ਹੈ, ਦੋਸਤੋ ਸਾਡਾ ਸਾਥ ਉਮਰ ਭਰ ਦਾ ਹੈ। ਇਸ ਵਾਕ ਵਿੱਚ ਦੋਸਤੋ ਸੰਬੋਧਨੀ ਸ਼ਬਦ ਹੈ, ਜਿਸ ਤੋਂ ਬਾਅਦ ਕਾਮੇ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿੱਥੇ ਯੋਜਕ ਲੁਪਤ ਹੋਣ ਉੱਥੇ ਵੀ ਕਾਮੇ ਦੀ ਵਰਤੋਂ ਹੁੰਦੀ ਹੈ। ਜਿਵੇਂ ਪੰਜਵਾਂ ਵਾਕ ਹੈ, ਅਖਾਣ ਦੇ ਰੂਪ ਵਿੱਚ, ਉੱਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ। ਇਸ ਵਿੱਚ ਯੋਜਕ ਦੀ ਥਾਂ ਕਾਮੇ ਦੀ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਦੋ ਉਪਵਾਕਾਂ ਵਿੱਚ ਨਿਖੇੜੇ ਲਈ ਕਾਮੇ ਦੀ ਵਰਤੋਂ ਹੁੰਦੀ ਹੈ। ਜਿਵੇਂ ਛੇਵਾਂ ਵਾਕ ਹੈ, ਇਹ ਚੁੰਨੀ ਜਿਹੜੀ ਮੰਜੇ ਉੱਤੇ ਪਈ ਹੈ ਮੇਰੀ ਮੰਮੀ ਦੀ ਹੈ। ਲੁਪਤ ਉਪਵਾਕ ਦੇ ਨਿਖੇੜੇ ਲਈ ਕਾਮਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਬਿਨਾਂ ਦੋਹਰੇ ਪੁੱਠੇ ਕਾਮਿਆਂ ਵਾਲੀ ਲਿਖਤ ਤੋਂ ਪਹਿਲਾਂ ਕਾਮੇ ਦੀ ਵਰਤੋਂ ਹੁੰਦੀ ਹੈ। ਵਾਕ ਦੇ ਇੱਕ ਹਿੱਸੇ ਵਿੱਚ ਪੁੱਠੇ ਅਤੇ ਸਿੱਧੇ ਕਾਮਿਆਂ ਵਿੱਚ ਦਿੱਤੇ ਜਿਉਂ ਦੇ ਤਿਉਂ ਕਥਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ। ਜਿਵੇਂ ਸੱਤਵਾਂ ਵਾਕ ਹੈ, ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਵੋਗੇ। ਇਸ ਵਾਕ ਵਿੱਚ ਦੋਹਰੇ ਪੁੱਠੇ ਕਾਮਿਆਂ ਤੋਂ ਪਹਿਲਾਂ ਕਾਮੇ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਵਾਕ ਦੇ ਆਰੰਭ ਵਿੱਚ ਆਏ ਹਾਂ ਜੀ, ਨਾ, ਨਹੀਂ, ਨਾ ਜੀ, ਅੱਛਾ ਆਦਿ ਸ਼ਬਦਾਂ ਤੋਂ ਪਿੱਛੋਂ ਵੀ ਕਾਮਾ ਲੱਗਦਾ ਹੈ। ਜਿਵੇਂ ਅੱਠਵਾਂ ਵਾਕ ਹੈ, ਹਾਂਜੀ ਮੈਂ ਤੁਹਾਡਾ ਇਹ ਕੰਮ ਜ਼ਰੂਰ ਕਰਾਂਗਾ। ਇਸ ਵਾਕ ਵਿੱਚ ਹਾਂਜੀ ਸ਼ਬਦ ਤੋਂ ਬਾਅਦ ਕਾਮੇ ਦੀ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਕਾਮੇ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਵਾਕ ਦਾ ਉਦੇਸ਼ ਵਾਲਾ ਹਿੱਸਾ ਕਾਫੀ ਲੰਮਾ ਹੋਵੇ। ਜਿਵੇਂ ਨੌਵਾਂ ਵਾਕ ਹੈ, ਜਿਨ੍ਹਾਂ ਚੀਜ਼ਾਂ ਲਈ ਭਾਵਵਾਚਕ ਨਾਮ ਵਰਤੇ ਜਾਂਦੇ ਹਨ ਉਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ। ਇਹ ਵਾਕ ਲੰਮਾ ਹੋਣ ਕਰਕੇ ਕਾਮਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵਾਕ ਜਾਂ ਉਪਵਾਕ ਦੇ ਵਿਚਾਲੇ ਆਉਣ ਵਾਲੇ ਵਾਕਾਂਸ਼ ਨੂੰ ਵੀ ਅੱਗੇ ਜਾਂ ਪਿੱਛੇ ਕਾਮੇ ਲਾ ਕੇ ਨਿਖੇੜਿਆ ਜਾਂਦਾ ਹੈ। ਕਿਵੇਂ? ਜਿਵੇਂ 10ਵਾਂ ਵਾਕ ਹੈ, ਹਵਾ ਜੀਵ ਜਗਤ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ, ਇਹ ਪ੍ਰਦੂਸ਼ਿਤ ਹੋ ਰਹੀ ਹੈ। ਇਸ ਵਾਕ ਵਿੱਚ ਵਿਸਰਾਮ ਚਿੰਨ੍ਹ ਕਾਮੇ ਦੀ ਵਰਤੋਂ ਹੋਈ ਹੈ। 5ਵਾਂ ਵਿਸਰਾਮ ਚਿੰਨ੍ਹ ਹੈ ਬਿੰਦੀ ਕਾਮਾ ਜਾਂ ਸੈਮੀਕੋਲਨ। ਪੂਰਨ ਵਿਸਰਾਮ ਤੋਂ ਅੱਧੇ ਠਹਿਰਾਅ ਜਾਂ ਅਰਧ ਵਿਸਰਾਮ ਲਈ ਬਿੰਦੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਬਿੰਦੀ ਕਾਮਾ ਵਿਸਰਾਮ ਚਿੰਨ੍ਹ ਦੀ ਵਰਤੋਂ ਦੇ ਕੀ ਨਿਯਮ ਹਨ? ਪਹਿਲਾ ਹੈ ਕਿ ਲਿਖਤ ਵਿੱਚ ਜਿਸ ਥਾਂ ਕਾਮਾ ਲਾਉਣ ਤੋਂ ਵੱਧ ਅਤੇ ਪੂਰਨ ਵਿਸਰਾਮ ਚਿੰਨ੍ਹ ਲਾਉਣ ਤੋਂ ਘੱਟ ਠਹਿਰਾਅ ਜਾਪੇ ਉੱਥੇ ਬਿੰਦੀ ਕਾਮੇ ਦੀ ਵਰਤੋਂ ਹੁੰਦੀ ਹੈ। ਜਿਵੇਂ ਪਹਿਲਾ ਵਾਕ ਹੈ, ਮੇਲੇ ਵਿੱਚ ਬਹੁਤ ਰੌਣਕ ਸੀ, ਲੋਕਾਂ ਨੇ ਰੰਗ ਬਿਰੰਗੇ ਕੱਪੜੇ ਪਾਏ ਹੋਏ ਸਨ, ਹਰ ਕੋਈ ਮੇਲੇ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਵਾਕ ਵਿੱਚ ਬਿੰਦੀ ਕਾਮੇ ਦੀ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਉਦਾਹਰਨ ਦੇਣ ਲਈ ਵਰਤੇ ਜਾਂਦੇ ਸ਼ਬਦਾਂ ਤੋਂ ਪਹਿਲਾਂ ਬਿੰਦੀ ਕਾਮਾ ਲੱਗਦਾ ਹੈ।
ਜਿਵੇਂ ਦੂਸਰਾ ਵਾਕ ਹੈ ਕਿਸੇ ਵਿਅਕਤੀ, ਵਸਤੂ, ਜੀਵ ਜਾਂ ਸਥਾਨ ਦੇ ਨਾਂ ਨੂੰ ਨਾਮ ਆਖਦੇ ਹਨ, ਜਿਵੇਂ ਗੁਰਦਾਸਪੁਰ, ਪੰਜਾਬ, ਰਾਸ਼ਟਰਪਤੀ ਭਵਨ, ਹਾਥੀ, ਕੁਰਸੀ ਆਦਿ। ਇਸ ਵਾਕ ਵਿੱਚ ਜਿਵੇਂ ਤੋਂ ਬਾਅਦ ਬਿੰਦੀ ਕਾਮੇ ਦੀ ਵਰਤੋਂ ਹੋਈ ਹੈ। ਛੇਵਾਂ ਵਿਸਰਾਮ ਚਿੰਨ੍ਹ ਹੈ ਦੁਬਿੰਦੀ। ਦੁਬਿੰਦੀ ਵਿਸਰਾਮ ਚਿੰਨ੍ਹ ਦੀ ਵਰਤੋਂ ਕਿੱਥੇ ਹੁੰਦੀ ਹੈ? ਕਿਸੇ ਸ਼ਬਦ, ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਦੁਬਿੰਦੀ ਲਾਈ ਜਾਂਦੀ ਹੈ। ਜਿਵੇਂ ਪਹਿਲਾ ਵਾਕ ਹੈ ਭਾਰਤੀ ਝੰਡੇ ਦੇ 3 ਰੰਗ ਹਨ, ਕੇਸਰੀ, ਚਿੱਟਾ ਅਤੇ ਹਰਾ। ਇਸ ਵਾਕ ਵਿੱਚ ਹਨ ਸ਼ਬਦ ਤੋਂ ਬਾਅਦ ਦੁਬਿੰਦੀ ਵਿਸਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਕਿਸੇ ਵਿਅਕਤੀ ਦੇ ਲੰਮੇ ਬਿਆਨ ਦੇ ਆਰੰਭ ਹੋਣ ਤੋਂ ਪਹਿਲਾਂ ਦੁਬਿੰਦੀ ਲਾਈ ਜਾਂਦੀ ਹੈ। ਜਿਵੇਂ ਦੂਸਰਾ ਵਾਕ ਹੈ ਲਾਲ ਸਿੰਘ ਕਮਲਾ ਅਕਾਲੀ ਜੀ ਆਪਣੇ ਸਫ਼ਰਨਾਮਾ ਅੰਸ਼ ਲੰਦਨ ਅਤੇ ਲੰਦਨ ਦੇ ਲੋਕ ਵਿੱਚ ਲਿਖਦੇ ਹਨ, ਮੌਜੀ ਲੰਦਨ ਦੇ ਕੰਮ ਨੂੰ ਮੀਂਹ, ਬੱਦਲ, ਧੁੰਦ, ਠੰਡ ਤੇ ਬਰਫ਼ ਆਦਿਕ ਕੁਝ ਨਹੀਂ ਕਰ ਸਕਦੀ। ਇਸ ਵਾਕ ਵਿੱਚ ਹਨ ਸ਼ਬਦ ਤੋਂ ਬਾਅਦ ਦੁਬਿੰਦੀ ਵਿਸਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਨਾਟਕੀ ਵਾਰਤਾਲਾਪ ਤੋਂ ਪਹਿਲਾਂ ਅਤੇ ਉਸ ਵਾਰਤਾਲਾਪ ਨੂੰ ਬੋਲਣ ਵਾਲੇ ਦੇ ਨਾਂ ਤੋਂ ਪਿੱਛੋਂ ਦੁਬਿੰਦੀ ਲਾਈ ਜਾਂਦੀ ਹੈ। ਜਿਵੇਂ ਤੀਸਰੇ ਨੰਬਰ 'ਤੇ ਸਾਡੀ ਵਾਰਤਾਲਾਪ ਹੈ, ਜਗਦੀਪ ਕਹਿੰਦਾ ਹੈ ਸਾਡੇ ਵਿੱਚੋਂ ਕਿਉਂ ਨਾ ਇੱਕ ਨੇਤਾ ਚੁਣਿਆ ਜਾਵੇ ਜੋ ਸਾਡੇ ਝਗੜਿਆਂ ਦਾ ਫੈਸਲਾ ਕਰਿਆ ਕਰੇਗਾ। ਸ਼ਰਨਜੀਤ ਅੱਗੋਂ ਜਵਾਬ ਦਿੰਦਾ ਹੈ ਵੀਰ ਗੱਲ ਤਾਂ ਤੇਰੀ ਸਹੀ ਹੈ, ਪਰ ਇਸ ਨੇਤਾ ਨੂੰ ਚੁਣਿਆ ਕਿਵੇਂ ਜਾਵੇ। ਇਸ ਤੋਂ ਇਲਾਵਾ ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ ਤਾਂ ਦੁਬਿੰਦੀ ਵਰਤੀ ਜਾਂਦੀ ਹੈ। ਜਿਵੇਂ ਚੌਥੇ ਨੰਬਰ 'ਤੇ ਹੈ ਸਰਦਾਰ, ਪ੍ਰੋਫੈਸਰ ਅਤੇ ਡਾਕਟਰ। ਇਹਨਾਂ ਸ਼ਬਦਾਂ ਨੂੰ ਸੰਖੇਪ ਰੂਪ ਦੇ ਵਿੱਚ ਜਿਹੜਾ ਆ ਉਹ ਦੁਬਿੰਦੀ ਦੀ ਸਹਾਇਤਾ ਨਾਲ ਲਿਖਿਆ ਗਿਆ ਆ। ਇੱਥੇ ਸ਼ਬਦ ਪੂਰਾ ਲਿਖਣ ਦੀ ਥਾਂ ਦੁਬਿੰਦੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਸਮੇਂ ਦੇ ਘੰਟੇ ਜਾਂ ਮਿੰਟ ਦੱਸਣ ਲਈ ਦੁਬਿੰਦੀ ਵਰਤੀ ਜਾਂਦੀ ਹੈ। ਜਿਵੇਂ 5ਵੇਂ ਨੰਬਰ 'ਤੇ ਹੈ 12:30 ਭਾਵ 12:30, 12:15 ਭਾਵ 12:15, 11:45 ਭਾਵ 11:45। ਇਹਨਾਂ ਦੇ ਵਿੱਚ ਦੁਬਿੰਦੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ। 7ਵਾਂ ਵਿਸਰਾਮ ਚਿੰਨ੍ਹ ਹੈ ਦੁਬਿੰਦੀ ਡੈਸ਼। ਦੁਬਿੰਦੀ ਡੈਸ਼ ਦੀ ਵਰਤੋਂ ਕਿੱਥੇ ਹੁੰਦੀ ਹੈ? ਜਦੋਂ ਅਸੀਂ ਕਿਸੇ ਗੱਲ ਦਾ ਅੱਗੇ ਵੇਰਵਾ ਦੇਣਾ ਹੋਵੇ ਜਾਂ ਸਮਝਾਉਣਾ ਹੋਵੇ ਤਾਂ ਦੁਬਿੰਦੀ ਡੈਸ਼ ਦੀ ਵਰਤੋਂ ਹੁੰਦੀ ਹੈ। ਜਿਵੇਂ ਪਹਿਲਾ ਵਾਕ ਹੈ ਵਾਕ ਵਿੱਚ ਜਿਹੜਾ ਸ਼ਬਦ ਕਿਸੇ ਨਾਮ ਦੀ ਜਗ੍ਹਾ ਵਰਤਿਆ ਜਾਵੇ ਉਹ ਪੜਨਾਮ ਅਖਵਾਉਂਦਾ ਹੈ। ਜਿਵੇਂ ਮੈਂ, ਅਸੀਂ, ਤੂੰ, ਉਹ, ਆਪ ਆਦਿ। ਇਸ ਵਾਕ ਵਿੱਚ ਜਿਵੇਂ ਤੋਂ ਬਾਅਦ ਦੁਬਿੰਦੀ ਦੀ ਵਰਤੋਂ ਹੋਈ ਹੈ। ਇਸ ਤੋਂ ਇਲਾਵਾ ਜਿਵੇਂ ਆਪਾਂ ਕੋਈ ਲੇਖ ਲਿਖਦੇ ਹਾਂ ਜਾਂ ਨਿਬੰਧ ਲਿਖਦੇ ਹਾਂ ਜਾਂ ਕਿਸੇ ਦਾ ਪਾਤਰ ਚਿੱਤਰਨ ਲਿਖਦੇ ਹਾਂ, ਆਪਾਂ ਪੁਆਇੰਟਸ ਦੇ ਵਿੱਚ ਲਿਖਦੇ ਹਾਂ ਤਾਂ ਪੁਆਇੰਟ ਲਿਖਣ ਤੋਂ ਬਾਅਦ ਦੁਬਿੰਦੀ ਡੈਸ਼ ਲੱਗਦੀ ਹੈ। ਜਿਵੇਂ ਮੰਨ ਲਓ ਅਸੀਂ ਲੇਖ ਲਿਖਦੇ ਹਾਂ ਵਿਦਿਆਰਥੀ ਅਤੇ ਅਨੁਸ਼ਾਸਨ, ਤਾਂ ਆਪਾਂ ਪੁਆਇੰਟਸ ਲਿਖਾਂਗੇ ਨੰਬਰ ਪਹਿਲਾ ਜਾਣ ਪਛਾਣ, ਤੇ ਜਾਣ ਪਛਾਣ ਤੋਂ ਬਾਅਦ ਦੁਬਿੰਦੀ ਡੈਸ਼। ਨੰਬਰ 2 ਅਨੁਸ਼ਾਸਨ ਦਾ ਕੀ ਅਰਥ ਹੈ? ਪ੍ਰਸ਼ਨ ਚਿੰਨ੍ਹ ਦੁਬਿੰਦੀ ਡੈਸ਼। ਨੰਬਰ 3 ਵਿਦਿਆਰਥੀ ਜੀਵਨ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ, ਇਸ ਤੋਂ ਬਾਅਦ ਦੁਬਿੰਦੀ ਡੈਸ਼। ਨੰਬਰ 4 ਅਨੁਸ਼ਾਸਨ ਚੰਗੇ ਚਰਿੱਤਰ ਦੀ ਰੀੜ੍ਹ ਦੀ ਹੱਡੀ, ਅਤੇ ਇਸ ਤੋਂ ਬਾਅਦ ਦੁਬਿੰਦੀ ਡੈਸ਼। ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪੁਆਇੰਟਸ। ਹਰ ਪੁਆਇੰਟ ਲਿਖਣ ਤੋਂ ਬਾਅਦ ਅਸੀਂ ਦੁਬਿੰਦੀ ਡੈਸ਼ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਇਹ ਸੀ
ਸਾਡਾ 7ਵਾਂ ਵਿਸ਼ਰਾਮ ਚਿੰਨ੍ਹ ਦੁਬਿੰਦੀ ਡੈਸ਼। 8ਵਾਂ ਵਿਸ਼ਰਾਮ ਚਿੰਨ੍ਹ ਹੈ ਡੈਸ਼। ਇਹ ਵਿਸਰਾਮ ਚਿੰਨ੍ਹ ਜੋੜਨੀ ਵਿਸਰਾਮ ਚਿੰਨ੍ਹ ਦੀ ਤਰ੍ਹਾਂ ਹੀ ਹੁੰਦਾ ਹੈ, ਪਰ ਇਹ ਲੰਬਾਈ ਵਿੱਚ ਜੋੜਨੀ ਤੋਂ ਵੱਡਾ ਹੁੰਦਾ ਹੈ। ਇਸ ਚਿੰਨ੍ਹ ਦੀ ਵਰਤੋਂ ਕਿੱਥੇ ਹੁੰਦੀ ਹੈ? ਲਿਖਦੇ ਹੋਏ ਵਾਕ ਦੇ ਅੱਧ ਵਿੱਚ ਹੀ ਅਚਾਨਕ ਕੋਈ ਹੋਰ ਗੱਲ ਵਿਆਖਿਆ ਵਜੋਂ ਜੋੜਨ ਦੀ ਲੋੜ ਅਨੁਭਵ ਹੋਵੇ ਤਦ ਡੈਸ਼ ਲਾ ਕੇ ਉਸ ਗੱਲ ਨੂੰ ਲਿਖਿਆ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ, ਕੰਪਿਊਟਰ ਵਿਗਿਆਨ ਦੀ ਇੱਕ ਅਦਭੁਤ ਖੋਜ ਜਿਸ ਨੇ ਮਨੁੱਖੀ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਤਕਨਾਲੋਜੀ ਦੇ ਵਿਕਾਸ ਦੀ ਇੱਕ ਸਿਖਰ ਹੈ। ਇਸ ਤੋਂ ਇਲਾਵਾ ਜਦੋਂ ਲਿਖਤ ਦੇ ਵਿੱਚ ਭਾਵ ਪ੍ਰਧਾਨ ਹੋਵੇ ਤਦ ਸ਼ਬਦਾਂ, ਵਾਕਾਂਸ਼ਾਂ ਤੇ ਉਪਵਾਕਾਂ ਵਿਚਕਾਰ ਡੈਸ਼ ਲਾ ਕੇ ਹੀ ਰਚਨਾ ਦੇ ਵਿਆਕਰਨਿਕ ਕ੍ਰਮ ਨੂੰ ਠੀਕ ਰੱਖਿਆ ਜਾਂਦਾ ਹੈ। ਜਿਵੇਂ ਦੂਸਰਾ ਵਾਕ ਹੈ, ਇਨ੍ਹਾਂ ਖੇਤਾਂ ਵਿੱਚ ਕੋਈ ਵੀ ਫਸਲ, ਕਣਕ, ਝੋਨਾ, ਕਮਾਦ, ਮੱਕੀ ਜੋ ਵੀ ਬੀਜੀ ਜਾਵੇ ਬੇਅੰਤ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਅਤਿ ਜਜ਼ਬਾਤੀ ਹਾਲਤ ਵਿੱਚ ਪੂਰੇ ਵਾਕ ਨਹੀਂ ਬੋਲੇ ਜਾਂਦੇ, ਸਗੋਂ ਅਧੂਰੇ ਜਾਂ ਟੁੱਟਵੇਂ ਸ਼ਬਦ ਹੀ ਬੋਲੇ ਜਾਂਦੇ ਹਨ। ਲਿਖਤ ਵਿੱਚ ਇਹਨਾਂ ਬਿਖਰੇ ਸ਼ਬਦਾਂ ਦੇ ਵਿਚਕਾਰ ਡੈਸ਼ ਲਾਈ ਜਾਂਦੀ ਹੈ। ਜਿਵੇਂ ਤੀਸਰਾ ਵਾਕ ਹੈ, ਮੈਂ ਸਕੂਲ ਜਾਣਾ ਹੈ। ਮੈਂ ਸਕੂਲ ਜਾਣਾ ਹੈ। ਇਸ ਤਰ੍ਹਾਂ ਅਤਿ ਜਜ਼ਬਾਤੀ ਹਾਲਤ ਵਿੱਚ ਜਾਂ ਥਥਲੇਪਨ ਦੀ ਹਾਲਤ ਵਿੱਚ ਅਧੂਰੇ ਸ਼ਬਦਾਂ ਨੂੰ ਪੂਰਾ ਕਰਨ ਲਈ ਡੈਸ਼ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ। 9ਵਾਂ ਵਿਸ਼ਰਾਮ ਚਿੰਨ੍ਹ ਹੈ ਪੁੱਠੇ ਕਾਮੇ। ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਇਕੇਰੇ ਪੁੱਠੇ ਕਾਮੇ ਤੇ ਦੂਸਰਾ ਦੋਹਰੇ ਪੁੱਠੇ ਕਾਮੇ। ਇਕੇਰੇ ਪੁੱਠੇ ਕਾਮਿਆਂ ਦੀ ਵਰਤੋਂ ਲਿਖਤ ਵਿੱਚ ਕਿਵੇਂ ਹੁੰਦੀ ਹੈ? ਜੇ ਵਾਕ ਵਿੱਚ ਕਿਸੇ ਪੁਸਤਕ ਦਾ ਨਾਂ ਲਿਖਣਾ ਹੋਵੇ ਤਾਂ ਉਸ ਨੂੰ ਇਕੇਰੇ ਪੁੱਠੇ ਕਾਮਿਆਂ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ, ਇੱਕ ਹੋਰ ਨਵਾਂ ਸਾਲ ਨਾਵਲ ਪ੍ਰੋਫੈਸਰ ਨਿਰੰਜਨ ਤਸਨੀਮ ਦੀ ਰਚਨਾ ਹੈ। ਇਸ ਵਾਕ ਵਿੱਚ ਇੱਕ ਹੋਰ ਨਵਾਂ ਸਾਲ ਨਾਵਲ ਨੂੰ ਇਕੇਰੇ ਪੁੱਠੇ ਕਾਮਿਆਂ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਲਿਖਤ ਵਿੱਚ ਖਾਸ ਨਾਂ ਨੂੰ ਵੀ ਅਸੀਂ ਇਕੇਰੇ ਪੁੱਠੇ ਕਾਮਿਆਂ ਵਿੱਚ ਰੱਖਦੇ ਹਾਂ। ਜਿਵੇਂ ਦੂਸਰਾ ਵਾਕ ਹੈ, ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਂ ਗੁਰਮੁਖੀ ਲਿਪੀ ਹੈ। ਗੁਰਮੁਖੀ ਲਿਪੀ ਸ਼ਬਦਾਂ ਨੂੰ ਇਕੇਰੇ ਪੁੱਠੇ ਕਾਮਿਆਂ ਵਿੱਚ ਲਿਖਿਆ ਹੈ। ਦੋਹਰੇ ਪੁੱਠੇ ਕਾਮੇ ਕਿੱਥੇ ਵਰਤੇ ਜਾਂਦੇ ਹਨ? ਦੋਹਰੇ ਪੁੱਠੇ ਕਾਮੇ ਉਦੋਂ ਪਾਏ ਜਾਂਦੇ ਹਨ ਜਦੋਂ ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂ ਦਾ ਤਿਉਂ ਲਿਖਣਾ ਹੋਵੇ। ਜਿਵੇਂ ਤੀਸਰਾ ਵਾਕ ਹੈ, ਪਿਤਾ ਜੀ ਨੇ ਬੱਚਿਆਂ ਨੂੰ ਸਮਝਾਇਆ, ਸ਼ਿਕਾਰਾ ਇੱਕ ਕਿਸਮ ਦੀ ਛੋਟੀ ਜਿਹੀ ਕਿਸ਼ਤੀ ਹੁੰਦੀ ਹੈ ਜੋ ਇੱਕ ਡੋਲੀ ਦੀ ਤਰ੍ਹਾਂ ਸਜਾਈ ਹੁੰਦੀ ਹੈ। ਇਸ ਵਾਕ ਵਿੱਚ ਪਿਤਾ ਜੀ ਦੁਆਰਾ ਕਹੇ ਹੋਏ ਸ਼ਬਦ ਜਿਉਂ ਦੇ ਤਿਉਂ ਦੋਹਰੇ ਪੁੱਠੇ ਕਾਮਿਆਂ ਵਿੱਚ ਰੱਖੇ ਹੋਏ ਹਨ। ਇਸ ਤੋਂ ਇਲਾਵਾ ਵਾਰਤਾਲਾਪ ਵਿੱਚ ਵੀ ਪੁੱਠੇ ਦੋਹਰੇ ਕਾਮੇ ਵਰਤੇ ਜਾਂਦੇ ਹਨ। ਜਿਵੇਂ ਚੌਥੇ ਨੰਬਰ 'ਤੇ ਸਾਡੇ ਕੋਲ ਵਾਰਤਾਲਾਪ ਹੈ। ਇਹ ਵਾਰਤਾਲਾਪ ਹੈ ਲੂੰਬੜੀ ਅਤੇ ਖਰਗੋਸ਼ ਦੀ। ਨਿੱਕੂ ਖਰਗੋਸ਼, ਕੀ ਗੱਲ ਅੱਜ ਤੂੰ ਬਹੁਤ ਉਦਾਸ ਹੈ? ਲੂੰਬੜੀ ਨੇ ਖਰਗੋਸ਼ ਨੂੰ ਪੁੱਛਿਆ। ਲੂੰਬੜੀ ਮਾਸੀ, ਅੱਜ ਸ਼ੇਰ ਕੋਲ ਜਾਣ ਦੀ ਮੇਰੀ ਵਾਰੀ ਹੈ, ਖਰਗੋਸ਼ ਨੇ ਜਵਾਬ ਦਿੱਤਾ। ਇਹ ਖਰਗੋਸ਼ ਅਤੇ ਲੂੰਬੜੀ ਦੀ ਵਾਰਤਾਲਾਪ ਹੈ। ਵਾਰਤਾਲਾਪ ਵਾਲੇ ਸ਼ਬਦ ਦੋਹਰੇ ਪੁੱਠੇ ਕਾਮਿਆਂ ਵਿੱਚ ਰੱਖੇ ਗਏ ਹਨ। 10ਵਾਂ ਵਿਸਰਾਮ ਚਿੰਨ੍ਹ ਹੈ ਜੋੜਨੀ। ਜੋੜਨੀ ਦਾ ਅਰਥ ਹੈ ਜੋੜਨ ਵਾਲੀ। ਇਹ ਚਿੰਨ੍ਹ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਂਦਾ ਹੈ। ਜੋੜਨੀ ਯੋਜਕ ਦਾ ਕੰਮ ਕਰਦੀ ਹੈ। ਜਿਵੇਂ ਜਿੰਦ ਤੇ ਜਾਨ, ਜੋੜਨੀ ਨਾਲ ਬਣ ਗਿਆ ਜਿੰਦ ਜਾਨ। ਦਿਨ ਤੇ ਰਾਤ
ਦਿਨ ਰਾਤ। ਇਸ ਤੋਂ ਇਲਾਵਾ ਜੋੜਨੀ ਸੰਬੰਧਕ ਦਾ, ਦੇ, ਦੀ ਦਾ ਕੰਮ ਵੀ ਕਰਦੀ ਹੈ। ਜਿਵੇਂ ਜੀਵਨ ਦੀ ਯਾਤਰਾ, ਜੋੜਨੀ ਨਾਲ ਬਣ ਗਿਆ ਜੀਵਨ ਯਾਤਰਾ। ਲੋਕਾਂ ਦਾ ਰਾਜ, ਲੋਕ ਰਾਜ। ਇਸ ਤੋਂ ਇਲਾਵਾ ਇੱਕੋ ਅਰਥ ਵਾਲੇ ਦੋ ਸ਼ਬਦਾਂ ਵਿਚਾਲੇ ਵੀ ਜੋੜਨੀ ਲੱਗਦੀ ਹੈ। ਜਿਵੇਂ ਹਰਮਨ ਪਿਆਰਾ, ਕੰਮ ਚੋਰ। ਇਸ ਤੋਂ ਇਲਾਵਾ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਵਿਚਾਲੇ ਵੀ ਜੋੜਨੀ ਲੱਗਦੀ ਹੈ। ਦੁੱਖ ਸੁੱਖ, ਦੂਰ ਨੇੜੇ। ਇਸ ਤਰ੍ਹਾਂ ਵਿਰੋਧੀ ਅਰਥਾਂ ਵਾਲੇ ਜਿਹੜੇ ਸਾਡੇ ਕੋਲ ਸ਼ਬਦ ਹੁੰਦੇ ਆ ਉਹਨਾਂ ਦੇ ਵਿਚਕਾਰ ਵੀ ਜੋੜਨੀ ਲੱਗਦੀ ਹੈ। ਇਸ ਤੋਂ ਇਲਾਵਾ ਜੋੜਨੀ ਦੀ ਵਰਤੋਂ ਕਿੱਥੇ ਹੁੰਦੀ ਹੈ? ਸਾਰਥਕ ਅਤੇ ਨਿਰਾਰਥਕ ਸ਼ਬਦਾਂ ਦੇ ਜੋੜਿਆਂ ਵਿਚਕਾਰ ਵੀ ਜੋੜਨੀ ਲੱਗਦੀ ਹੈ। ਜਿਵੇਂ ਰੋਟੀ ਰਾਟੀ, ਪਾਣੀ ਧਾਣੀ, ਬਾਲਟੀ ਬੂਲਟੀ, ਪਲੇਟ ਪਲੂਟ, ਨੇੜੇ ਤੇੜੇ, ਚਾਹ ਚੂਹ। ਇਸ ਤਰ੍ਹਾਂ ਜੋੜਨੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਉਹਨਾਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਵਿਚਕਾਰ ਹੁੰਦੀ ਹੈ ਜਿਹੜੇ ਜੁੜ ਕੇ ਅਰਥ ਵਜੋਂ ਇੱਕ ਸ਼ਬਦ ਬਣਾਉਂਦੇ ਹਨ। 11ਵਾਂ ਵਿਸਰਾਮ ਚਿੰਨ੍ਹ ਹੈ ਛੁੱਟ ਮਰੋੜੀ। ਛੁੱਟ ਮਰੋੜੀ ਦੀ ਬਣਤਰ ਕਾਮੇ ਦੀ ਤਰ੍ਹਾਂ ਹੀ ਹੁੰਦੀ ਹੈ, ਪਰ ਕਾਮਾ ਅੱਖਰ ਦੇ ਪੈਰ ਵਿੱਚ ਪੈਂਦਾ ਹੈ ਅਤੇ ਛੁੱਟ ਮਰੋੜੀ ਅੱਖਰ ਦੇ ਜਾਂ ਸ਼ਬਦ ਦੇ ਉੱਪਰ ਪੈਂਦੀ ਹੈ। ਇਸ ਦੀ ਵਰਤੋਂ ਕਿੱਥੇ ਹੁੰਦੀ ਹੈ? ਛੁੱਟ ਮਰੋੜੀ ਦੀ ਵਰਤੋਂ ਸ਼ਬਦ ਨੂੰ ਸੰਖੇਪ ਕਰਨ ਵਿੱਚ ਹੁੰਦੀ ਹੈ। ਜਿਵੇਂ ਸਾਡੇ ਕੋਲ ਪਹਿਲਾ ਵਾਕ ਹੈ, ਅਚਾਨਕ ਉਸ ਦੀ ਨਜ਼ਰ ਕੰਧ ਤੇ ਪਈ। ਦੂਸਰਾ ਵਾਕ ਹੈ, ਆਮ ਤੌਰ ਤੇ ਸੰਖੇਪ ਰਚਨਾ ਦਾ ਆਕਾਰ ਮੂਲ ਰਚਨਾ ਦਾ ਲਗਭਗ ਤੀਜਾ ਹਿੱਸਾ ਹੁੰਦਾ ਹੈ। ਦੋਹਾਂ ਵਾਕਾਂ ਵਿੱਚ ਤੇ ਸ਼ਬਦ ਤੇ ਛੁੱਟ ਮਰੋੜੀ ਪਈ ਹੈ। ਤੇ ਸ਼ਬਦ ਉੱਤੇ ਸ਼ਬਦ ਦਾ ਸੰਖੇਪ ਰੂਪ ਹੈ। ਤੀਸਰਾ ਵਾਕ ਹੈ, ਸਾਡੀ ਰਿਹਾਇਸ਼ ਪਿੰਡ 'ਚ ਹੈ। ਚੌਥਾ ਵਾਕ ਹੈ, ਅਨੁਸ਼ਾਸਨ ਦਾ ਮਨੁੱਖੀ ਜ਼ਿੰਦਗੀ 'ਚ ਅਹਿਮ ਹਿੱਸਾ ਹੁੰਦਾ ਹੈ। ਤੀਸਰੇ ਅਤੇ ਚੌਥੇ ਵਾਕ ਵਿੱਚ 'ਚ ਸ਼ਬਦ ਤੇ ਛੁੱਟ ਮਰੋੜੀ ਵਿਸਰਾਮ ਚਿੰਨ੍ਹ ਲੱਗਾ ਹੈ। 'ਚ ਅੱਖਰ ਵਿੱਚ ਸ਼ਬਦ ਦਾ ਸੰਖੇਪ ਰੂਪ ਹੈ। 'ਚ ਅੱਖਰ ਜਿਹੜਾ ਆ ਉਹ ਵਿੱਚ ਸ਼ਬਦ ਦਾ ਸੰਖੇਪ ਰੂਪ ਹੈ। 12ਵਾਂ ਵਿਸਰਾਮ ਚਿੰਨ੍ਹ ਹੈ ਬ੍ਰੈਕਟ। ਬ੍ਰੈਕਟ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਗੱਲ ਨੂੰ ਹੋਰ ਵਿਸਥਾਰ ਦੇਣਾ ਹੋਵੇ। ਜਿਵੇਂ ਪਹਿਲਾ ਵਾਕ ਹੈ, ਰਾਹੀ ਨੂੰ ਡਾਢੀ ਬ੍ਰੈਕਟ ਵਿੱਚ ਹੈ ਬਹੁਤ ਪਿਆਸ ਲੱਗੀ ਸੀ। ਦੂਸਰਾ ਵਾਕ ਹੈ, ਸਾਰੇ ਅਧਿਆਪਕ ਮੇਰੇ ਨਾਲ ਰਜ਼ਾਮੰਦ ਬ੍ਰੈਕਟ ਵਿੱਚ ਹੈ ਸਹਿਮਤ ਹੋ ਗਏ। ਪਹਿਲੇ ਵਾਕ ਵਿੱਚ ਡਾਢੀ ਦਾ ਅਰਥ ਬਹੁਤ ਬ੍ਰੈਕਟ ਵਿੱਚ ਲਿਖਿਆ ਹੈ ਅਤੇ ਦੂਜੇ ਵਾਕ ਵਿੱਚ ਸਹਿਮਤ ਸ਼ਬਦ ਦਾ ਅਰਥ ਰਜ਼ਾਮੰਦ ਬ੍ਰੈਕਟ ਵਿੱਚ ਲਿਖਿਆ ਹੈ। ਇਸ ਤੋਂ ਇਲਾਵਾ ਜਦੋਂ ਕੋਈ ਵਾਰਤਾਲਾਪ ਵਿੱਚ ਦੱਸਣਾ ਹੋਵੇ ਕਿ ਬੋਲਣ ਵਾਲੇ ਦੇ ਕਿਸ ਤਰ੍ਹਾਂ ਦੇ ਭਾਵ ਹਨ। ਜਿਵੇਂ ਸਾਡੇ ਕੋਲ ਵਾਰਤਾਲਾਪ ਹੈ ਤੀਸਰੇ ਨੰਬਰ ਤੇ, ਗੋਪੀ ਖੁਸ਼ੀ ਵਿੱਚ ਉਛਲਦਾ ਹੋਇਆ, ਮੇਰੇ ਕੋਲ ਇੱਕ ਤਰੀਕਾ ਹੈ। ਹਰਮੇਲ ਅਤੇ ਗੁਰਦੇਵ ਦੋਨੋਂ ਇੱਕੋ ਵਾਰੀ ਇਕੱਠੇ ਬੋਲੇ, ਹਾਂ ਹਾਂ ਜਲਦੀ ਦੱਸ। ਇਸ ਵਾਰਤਾਲਾਪ ਵਿੱਚ ਬੋਲਣ ਵਾਲੇ ਬੁਲਾਰੇ ਦੇ ਭਾਵਾਂ ਨੂੰ ਬ੍ਰੈਕਟ ਵਿੱਚ ਬਿਆਨ ਕੀਤਾ ਗਿਆ ਹੈ। 13ਵਾਂ ਵਿਸਰਾਮ ਚਿੰਨ੍ਹ ਹੈ ਬਿੰਦੀ। ਬਿੰਦੀ ਦੀ ਵਰਤੋਂ ਸੰਖੇਪ ਰੂਪ ਵਿੱਚ ਕੋਈ ਖਿਤਾਬ ਜਾਂ ਡਿਗਰੀ ਦਾ ਨਾਂ ਲਿਖਣ ਲਈ ਹੁੰਦੀ ਹੈ। ਜਿਵੇਂ MBBS, PhD, BSc ਜਾਂ IAS ਆਦਿ ਸ਼ਬਦਾਂ ਦੇ ਵਿੱਚ ਬਿੰਦੀ ਵਿਸਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਆਕਰਨ ਦੇ ਤੀਸਰੇ ਅੰਗ ਵਾਕ ਬੋਧ ਅਧੀਨ ਆਉਂਦੇ ਵਿਸਰਾਮ ਚਿੰਨ੍ਹਾਂ ਅਤੇ ਵਿਸਰਾਮ ਚਿੰਨ੍ਹਾਂ ਦੀਆਂ ਕਿਸਮਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।